ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ, ਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਇਹਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਸਤਪਾਲ ਸਿੰਘ ਟ੍ਰੇਸੀ, ਜੱਸੀ ਗਿੱਲ ਬੇਕਰਸਫੀਲਡ, ਮੇਜਰ ਸਿੰਘ ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਉੱਤੇ ਖਰੀਦ ਸਕਦੇ ਹੋ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209-277-0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨੋਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਲੈਣ ਦੇ ਲਈ ਇਹਨਾਂ ਦੀ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜਾ ਕਿ ਤੁਹਾਨੂੰ ਟਰੱਕ ਦੀ ਸਿਖਲਾਈ ਬਹੁਤ ਹੀ ਵਧੀਆ ਤਰੀਕੇ ਨਾਲ ਦਿੰਦੇ ਹਨ, ਬਹੁਤ ਘੱਟ ਸਮੇਂ 'ਚ ਲਾਇਸੈਂਸ ਲੈ ਕੇ ਦਿੰਦੇ ਹਨ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541 5593744541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਹਿਲੀ ਖਬਰ ਜਿਹੜੀ ਆ ਰਹੀ ਇੱਕ ਸਟਿੰਗ ਆਪਰੇਸ਼ਨ ਨਾਲ ਜੁੜੀ ਹੈ। ਕਹਿੰਦੇ ਇਸ ਸਟਿੰਗ ਆਪਰੇਸ਼ਨ ਨੇ BJP ਸਰਕਾਰ ਦੀ ਪੋਲ ਖੋਲ੍ਹੀ ਆ, ਭ੍ਰਿਸ਼ਟਾਚਾਰ ਦੇ ਸਬੂਤਾਂ ਦਾ ਖੁਲਾਸਾ। ਸਟਿੰਗ ਕਰਦਾ ਤੇ ਫਿਰ ਟਿੰਗਲਿੰਗ ਹੀ ਹੈ ਇਹਨਾਂ ਦਾ ਸਾਰਾ, ਜਿਹੜਾ ਕੱਚਾ ਚਿੱਠਾ ਗਾ ਦਿੱਤਾ, ਬੋਲ ਦਿੱਤਾ ਜੀ। ਸਟਿੰਗ ਆਪਰੇਸ਼ਨ ਕੀਤੀ ABP ਨਿਊਜ਼ ਚੈਨਲ ਵਾਲਿਆਂ ਨੇ ਆ, ਔਰ ਉਹਦਾ ਸਿਰਲੇਖ ਵੀ ਕੁਛ ਇਸ ਤਰ੍ਹਾਂ ਦਾ ਹੀ ਸੀਗਾ ਕਿ CM ਕੇ ਨਾਕ ਕੇ ਨੀਚੇ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿੱਡਾ ਸਟਿੰਗ ਆਪਰੇਸ਼ਨ ਖਤਰਨਾਕ ਹੋਊਗਾ। ਡੰਗ ਜਿਹੜਾ ਉਹ ਖਾਸਾ ਤੇਜ਼ ਸੀਗਾ ਸਟਿੰਗ ਆਪਰੇਸ਼ਨ ਦਾ। ਯਾਨੀ ਇਹਦੇ ਵਿੱਚ 3 ਐਸੇ ਬੰਦੇ ਰਿਸ਼ਵਤ ਲੈਂਦੇ ਕਾਬੂ ਆਏ ਆ, ਜਿਹੜੇ 3 ਮੰਤਰੀਆਂ ਦੇ ਨਿੱਜੀ ਸਹਾਇਕ ਆ, ਨਿੱਜੀ ਸਕੱਤਰ ਜਿਹਨਾਂ ਨੂੰ ਕਹਿ ਦਿੰਦੇ ਆ ਜੀ। ਸੋ ਇਹ 3 ਮੰਤਰੀ ਹੈਗੇ ਆ। ਇੱਕ ਤੇ ਮੇਰੇ ਖਿਆਲ ਦੇ ਨਾਲ ਓਮ ਪ੍ਰਕਾਸ਼ ਰਾਜਭਰ ਆ, ਦੂਸਰਾ ਸੰਦੀਪ ਸਿੰਘ ਆ, ਤੇ ਤੀਸਰੀ ਇੱਕ ਅਰਚਨਾ ਪਾਂਡੇ ਆ। ਤਾਂ ਤਿੰਨਾਂ ਦੇ ਨਿੱਜੀ ਸਕੱਤਰ ਆ ਜਿਹੜੇ, ਉਹ ਇਹਨਾਂ ਦੇ ਕਮਰਿਆਂ ਦੇ ਵਿੱਚ ਕੈਮਰਿਆਂ ਦੇ ਸਾਹਮਣੇ ਲੱਸੀ ਪਾਣੀ ਲੈਂਦੇ ਫੜੇ ਗਏ ਆ। ਪਹਿਲਾਂ ਤੇ ਇਹਨਾਂ ਦੇ ਵਿੱਚ ਇੱਕ ਮੰਨਿਆ ਹੀ ਨਹੀਂ ਰਾਜਭਰ, ਕਹਿੰਦਾ ਕਿ ਮੇਰਾ ਤਾਂ ਕਮਰਾ ਹੀ ਹੈ ਨੀਗਾ, ਉਹਦੇ ਵਿੱਚ ਪ੍ਰਧਾਨ ਮੰਤਰੀ ਦੀ ਫੋਟੋ ਹੀ ਨਹੀਂ ਲੱਗੀ, ਮੁੱਖ ਮੰਤਰੀ ਦੀ ਫੋਟੋ ਹੀ ਨਹੀਂ ਲੱਗੀ। ਫਿਰ ਮੰਨ ਗਿਆ, ਕਹਿੰਦਾ ਨਹੀਂ ਇਹ ਮੇਰਾ ਹੀ ਕਮਰਾ। ਦੂਸਰੇ ਪਾਸੇ ਇੱਕ ਹੋਰ ਮੰਤਰੀ ਹੈ ਜਿਹੜੀ ਅਰਚਨਾ ਪਾਂਡੇ, ਉਹਨੇ ਕਿਹਾ ਕਿ ਲੋੜਾ ਹੀ ਪੈ ਗਿਆ, ਜੇ ਇਸ ਤਰ੍ਹਾਂ ਦੀ ਗੱਲ ਆ ਅਸੀਂ ਇਹਨਾਂ ਤੇ ਕਾਰਵਾਈ ਕਰਾਂਗੇ। ਤੀਜਾ ਜਿਹੜਾ ਮੰਤਰੀ ਆ ਉਹ ਵਿਦੇਸ਼ ਦੇ ਵਿੱਚ ਆ, ਉਹਦਾ ਹਾਲੇ ਤੱਕ ਕੋਈ ਪੱਖ ਸਾਹਮਣੇ ਨਹੀਂ ਆਇਆ, ਪਰ ਇਹ ਗੱਲ ਜਿਹੜੀ ਆ ਉਹ ਸਾਹਮਣੇ ਆ ਚੁੱਕੀ ਆ ਕਿ ਉੱਥੇ ਰਿਸ਼ਵਤ ਦੀ ਇਹ ਖੇਡ ਖੇਡੀ ਜਾ ਰਹੀ ਸੀ। ਹੁਣ ਇਹ ਇੱਕ ਮੰਤਰੀ ਜਿਹੜਾ ਰਾਜਭਰ ਹੈ, ਉਹ ਤਾਂ ਕਹਿੰਦਾ ਕਿ ਦੇਖੋ ਜੀ ਸਰਕਾਰ ਕਾਰਵਾਈ ਕਰ ਲਵੇ, ਯਾਨੀ ਮੁੱਖ ਸਕੱਤਰ ਹੈ ਜਿਹੜਾ ਉਹ ਆਪੇ ਕਾਰਵਾਈ ਕਰ ਲਵੇ ਚੀਫ ਸੈਕਟਰੀ, ਕਿਉਂਕਿ ਇਹ ਅਫਸਰ ਹੀ ਹੈ, ਅਧਿਕਾਰੀ ਹੈ ਜਿਹੜੇ ਸਾਡੇ ਨਾਲ ਨਿੱਜੀ ਸੈਕਟਰੀ। ਪਰ ਜੋ ਮਰਜ਼ੀ ਆ, ਇਹ ਖੇਡ ਬਹੁਤ ਸਾਰੀਆਂ ਚੀਜ਼ਾਂ ਨੂੰ ਉਜਾਗਰ ਕਰ ਗਈ, ਜਿਹੜੀ ਦੁਹਾਈ ਦਿੱਤੀ ਜਾਂਦੀ ਹੈ ਇਹਨਾਂ ਦੀ ਹਾਈ ਕਮਾਂਡ ਵੱਲੋਂ, ਖਾਸ ਤੌਰ ਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ। ਉਹ ਸਭ ਕੁਛ ਹੈ ਜਿਹੜਾ ਉਹਨੂੰ ਮਿੱਟੀ ਰੋਲਣ ਵਾਲੀ ਹੈ, ਜੋ ਵੀ ਅੱਜ ਕੁਵਤ ਕੈਮਰੇ 'ਚ ਕੈਦ ਹੋਈ ਆ। ਹੁਣ ਨਿੱਜੀ ਸੈਕਟਰੀ ਰੱਖੇ ਹੀ ਇਸੇ ਕੰਮ ਲਈ ਜਾਂਦੇ, ਤੇ ਆਪਾਂ ਨੂੰ ਵੀ ਪਤਾ ਰਿਸ਼ਵਤ ਸਿੱਧੇ ਰੂਪ ਦੇ ਵਿੱਚ ਮੰਤਰੀ ਨਹੀਂ ਫੜਦੇ, ਬਲਕਿ ਉਹਨਾਂ ਨੇ ਵੀ ਇਹ ਤਕਲੀਫ ਜਿਹੜੀ ਆ ਉਹ ਅੱਗੇ ਦਿੱਤੀ ਹੁੰਦੀ ਹੈ ਕਿ ਭਾਈ ਤੁਸੀਂ ਥੋੜਾ ਜਿਹਾ ਕਸ਼ਟ ਕਰੀ ਚਲੋ, ਤੇ ਸ਼ਾਮ ਨੂੰ ਤੁਹਾਡਾ ਵੀ ਕਸ਼ਟ ਜਿਹੜਾ ਉਹ ਦੂਰ ਕਰ ਦਿੱਤਾ ਜਾਊਗਾ। ਇੱਥੇ ਥਾਣੇਦਾਰ ਹੈ ਜਿਹੜੇ, ਇੱਥੋਂ ਤੱਕ ਕਿ ਇੱਥੇ ਤੇ ਆਮ ਜਿਹੜੇ ਸਧਾਰਨ ਪਟਵਾਰੀ ਉਹਨਾਂ ਨੇ ਵੀ ਗਾਹ ਇੱਕ ਕਰਿੰਦਾ ਰੱਖਿਆ ਹੁੰਦਾ, ਤੇ ਇਹ ਕਰਿੰਦੇ ਅਸਲ ਦੇ ਵਿੱਚ ਇਹ ਨਹੀਂ ਹੋ ਸਕਦਾ ਕਿ ਕੋਈ ਨਿੱਜੀ ਸੈਕਟਰੀ ਆਪਣੇ ਦਮ ਤੇ ਆਪਣੇ ਇਹਨਾਂ ਮੰਤਰੀਆਂ ਦੇ ਦਫ਼ਤਰਾਂ ਦੇ ਵਿੱਚ ਇਸ ਤਰ੍ਹਾਂ ਰਿਸ਼ਵਤ ਇਕੱਠੀ ਕਰੇ ਖੁੱਲੇ ਰੂਪ 'ਚ। ਪਰ ਇਸ ਤਰ੍ਹਾਂ ਦਾ ਮਾਮਲਾ ਮੱਧ ਪ੍ਰਦੇਸ਼ 'ਚੋਂ ਵੀ ਸਾਹਮਣੇ ਆਇਆ ਸੀ ਇੱਕ ਵਾਰੀ, ਜਦੋਂ ਅਫਸਰਾਂ ਦਾ, ਨੇਤਾਵਾਂ ਦਾ ਇੱਕ ਨੈਕਸਸ ਜਿਹੜਾ ਉਹ ਟੁੱਟਾ ਆਏਗਾ। ਹਾਲਾਂਕਿ ਉੱਥੇ ਹੋਰ ਵੀ ਵਿਆਪਕ ਘੁਟਾਲੇ ਵਰਗੇ ਸਾਹਮਣੇ ਆਏ ਆ, ਪਰ ਘੁਟਾਲਿਆਂ ਤੇ ਅੱਜ ਕੱਲ੍ਹ ਰਾਜਨੀਤੀ ਘੱਟ ਹੁੰਦੀ ਹੈ। ਪਰ ਖੁੱਲੇ ਰੂਪ ਦੇ ਵਿੱਚ ਇਸ ਰਿਸ਼ਵਤ ਦੀ ਖੇਡ ਦੇ ਪਿੱਛੇ ਰਾਜਨੀਤਿਕ ਪੁਸ਼ਤਪਨਾਹੀ ਜ਼ਰੂਰ ਆ। ਇਹ ਮੰਨਣ ਜਾਂ ਨਾ ਮੰਨਣ, ਮਾਮਲੇ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਆ, ਪਰ ਜਾਂਚ ਪੜਤਾਲ ਜੇ ਹੋ ਵੀ ਗਈ ਉਹਦੇ ਚੋਂ ਨਿਕਲਣਾ ਕੱਖ ਨਹੀਂ, ਕਿਉਂਕਿ ਮਾਮਲਾ ਜਿਹੜਾ
ਉਹ ਹੁਣ ਇਲੈਕਸ਼ਨਾਂ ਦੇ ਨੇੜਦਾ, ਉਹ ਜਾਂਚ ਪੜਤਾਲ ਜਿਹੜੀ ਆ ਉਹ ਸਿਰਫ ਤੇ ਸਿਰਫ ਕਾਗਜ਼ੀ ਰਹਿ ਜਾਊ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ ਸਿੱਖ ਕਤਲੇਆਮ ਮਾਮਲੇ ਦੇ ਵਿੱਚ ਸੱਜਣ ਕੁਮਾਰ ਦੇ ਲਈ ਅਦਾਲਤਾਂ ਦੇ ਸਾਰੇ ਦਰਵਾਜ਼ੇ ਬੰਦ, ਕੱਤੇ ਨੂੰ ਕਰੇਗਾ ਸਰੈਂਡਰ। ਫਿਰ ਜਿਨ੍ਹਾਂ ਲੋਕਾਂ ਨੂੰ ਇੰਨੇ ਸਾਲ ਤੜਫਾਇਆ ਉਹਨਾਂ ਲਈ ਇੱਕ ਕਿਤੇ ਨਾ ਕਿਤੇ ਥੋੜ੍ਹੀ ਰਾਹਤ ਦਊਗਾ ਨਵੇਂ ਸਾਲ ਦੇ ਮੌਕੇ ਤੇ ਜੀ, ਕਿਉਂਕਿ 1 ਜਨਵਰੀ ਜਿਹੜੀ ਆ ਫਿਰ ਇਹਦੀ ਜੇਲ੍ਹ ਦੇ ਵਿੱਚ ਗੁਜ਼ਰੂਗੀ। ਵੈਸੇ ਇਹਦਾ ਇਮਕਾਨ ਪਹਿਲਾਂ ਹੀ ਸੀਗਾ, ਆਪਾਂ ਵੀ ਗੱਲ ਕੀਤੀ ਹੈ 1-2 ਦਫਾ ਜੀ, ਕਿ ਐਸਾ ਲੱਗਦਾ ਨਹੀਂ ਹੈ ਜਿੰਨੀ ਕੁ ਆਪਾਂ ਇਸ ਕੋਰਟ ਕਚਹਿਰੀਆਂ ਦੇ ਵਿੱਚੋਂ ਖਟੀ ਆ ਉੱਥੋਂ ਲੱਗਦਾ ਸੀਗਾ ਕਿ ਇਹਦੇ ਲਈ ਸਾਰੇ ਦਰਵਾਜ਼ੇ ਬੰਦ ਮਿਲੂਗੇ, ਕਿਉਂਕਿ ਜਿਹੜਾ ਸਮਾਂ ਇਹਨੂੰ ਦਿੱਤਾ ਗਿਆ ਸੀ ਕੋਰਟ ਨੇ ਵਕਫਾ ਜਿਹੜਾ ਦਿੱਤਾ ਸੀਗਾ ਉਸ ਦਰਮਿਆਨ ਜਿਹੜੀਆਂ ਛੁੱਟੀਆਂ ਪੈ ਗਈਆਂ ਉਹ ਮਾਰ ਗਈਆਂ, ਔਰ ਇਹਦੇ ਵਕੀਲਾਂ ਨੇ ਇਹਦਾ ਬੇੜਾ ਗਰਕ ਕੀਤਾ। ਅੱਗੇ ਵੀ ਇੱਕ ਥਾਂ ਤੇ ਗੱਲ ਕਹੀ ਸੀਗੀ ਕਿ ਇਹਦੇ ਵਕੀਲਾਂ ਨੇ ਅਸਲ ਦੇ ਵਿੱਚ ਇਹਦਾ ਬੇੜਾ ਗਰਕ ਕੀਤਾ, ਕਿਉਂਕਿ ਜੇ ਇਹਦੇ ਵਕੀਲ ਕਹਿੰਦੇ ਨਾ ਕਿ ਹਾਂ ਭਾਈ ਹਾਈ ਕੋਰਟ ਨੂੰ ਉਦੋਂ ਹੀ ਪੈਂਦੀ ਸਕੇ ਕਿ ਥੋੜਾ ਸਮਾਂ ਵਧਾ ਦਿਓ, ਸ਼ਾਇਦ ਵਧਾ ਦਿੱਤਾ ਜਾਂਦਾ, ਪਰ ਜਦੋਂ ਦੂਸਰੀ ਵਾਰ ਚਲਾਕੀ ਕਰਨ ਗਏ ਕਿ ਸਮਾਂ ਵਧਾ ਦਿਓ, ਫਿਰ ਹਾਈ ਕੋਰਟ ਨੂੰ ਸਮਝ ਆ ਗਈ ਕਿ ਇਹ ਤਿਕੜਮਬਾਜ਼ੀ ਲਾ ਗਿਆ। ਫਿਰ ਉਹਨਾਂ ਨੇ ਇਹਦੀ ਅਰਜ਼ੀ ਰੱਦ ਕਰ ਦਿੱਤੀ ਸੀ। ਸੁਪਰੀਮ ਕੋਰਟ ਦੇ ਵਿੱਚ ਤੇ ਛੁੱਟੀਆਂ ਨੇ, ਮੇਰੇ ਖਿਆਲ ਦੇ ਨਾਲ 2 ਤਰੀਕ ਤੋਂ ਰੈਗੂਲਰ ਸੁਣਵਾਈ ਉੱਥੇ ਚੱਲੂਗੀ। ਬਹਰਹਾਲ ਇਹਦੇ ਜਿਹੜੇ ਵਕੀਲ ਆ ਅਨਿਲ ਕੁਮਾਰ ਸ਼ਰਮਾ, ਉਹਨੇ ਵੀ PTI ਕੋਲ ਇਹ ਚੀਜ਼ ਮੰਨ ਲਈ ਆ ਕਿ ਸਰੈਂਡਰ ਕਰਨ ਜਾ ਰਿਹਾ, ਸੋ ਅਸੀਂ ਸਰੈਂਡਰ ਕਰਾਂਗੇ ਕਿਉਂਕਿ ਸਾਨੂੰ ਰਾਇਤ ਨਹੀਂ ਮਿਲੀ। ਇਹਦਾ ਮਤਲਬ ਹੈ ਕਿ ਸਾਰੀਆਂ ਤਿਆਰੀਆਂ ਹੋ ਚੁੱਕੀਆਂ। ਸੱਜਣ ਉਰਫ ਦੁਰਜਨ ਹੈ ਜਿਹੜਾ ਉਹ ਜਾਊਗਾ ਜੇਲ੍ਹ ਦੇ ਵਿੱਚ। ਮੇਰੇ ਖਿਆਲ ਦੇ ਨਾਲ ਇਹ ਵੀ ਫੂਲਕਾ ਸਾਹਿਬ ਵਰਗਿਆਂ ਨੂੰ ਵੇਖ ਲੈਣਾ ਚਾਹੀਦਾ ਹੱਥ ਅਜ਼ਮਾ ਕੇ ਕਿ ਇਹਨੂੰ ਦਿੱਲੀ ਤੋਂ ਬਾਹਰ ਕਿਸੇ ਜੇਲ੍ਹ ਦੇ ਵਿੱਚ ਭੇਜਿਆ ਜਾਵੇ, ਕਿਉਂਕਿ ਦਿੱਲੀ ਦੇ ਵਿੱਚ ਇਹ ਤੈਅ ਆ ਗੱਲ, ਜਿੱਥੇ ਆਪਣਾ ਇਹਨਾਂ ਦਾ ਹੱਥ ਪੈਰ ਪੈਂਦਾ ਤਾਂ ਉੱਥੇ ਇਹ VIP ਟ੍ਰੀਟਮੈਂਟ ਲੈ ਜਾਂਦਾ। ਥੋੜਾ ਜਿਹਾ ਪਾਸੇ ਹੋਣ ਔਰ ਮੇਰੇ ਖਿਆਲ ਦੇ ਨਾਲ ਉਹ ਵੀ ਠੀਕ ਹੈ, ਪਰ ਇਹ ਤੇ ਆਪਾਂ ਨੂੰ ਪਤਾ ਹੀ ਆ ਕਿ ਜਿਹਨਾਂ ਲੋਕਾਂ ਨੂੰ ਦੋਸ਼ੀ ਠਹਿਰਾਉਣ ਦੇ ਬਾਵਜੂਦ ਸਿਕਿਉਰਿਟੀ 'ਚ ਰੱਖਿਆ ਜਾਂਦਾ ਤੇ ਜੇਲ੍ਹ 'ਚ ਵੀ ਚਲੇ ਜਾਣਗੇ, ਉਹਨਾਂ ਦਾ ਖਿਆਲ ਰੱਖਿਆ ਜਾਊਗਾ। ਪਰ ਇਹ ਆ ਕਿ ਜਿਹੜੇ ਸੱਪ ਦੇ ਹਿਰਦੇ ਆ ਮਾੜੀ ਮੋਟੀ ਉਹਨਾਂ ਨੂੰ ਸੀਟ ਜ਼ਰੂਰ ਪਹੁੰਚੂਗੀ। ਤੋ ਸਰੈਂਡਰ ਦੀਆਂ ਤਿਆਰੀਆਂ ਲਗਭਗ ਇਹਦੀਆਂ ਹੋ ਗਈਆਂ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ 3 ਤਲਾਕ ਬਿੱਲ ਲੋਕ ਸਭਾ 'ਚ ਪਾਸ, ਕਾਂਗਰਸ ਨੇ ਰੱਜ ਕੇ ਕੀਤਾ ਵਿਰੋਧ। ਦੇਖੋ ਇਸ ਮਾਮਲੇ ਤੇ ਕਈ ਚਿਰ ਤੋਂ ਲੱਗੇ ਪਏ ਸੀਗੇ ਕਿ ਕਿਸੇ ਤਰੀਕੇ ਦੇ ਨਾਲ 3 ਤਲਾਕ ਵਾਲਾ ਜਿਹੜਾ ਬਿੱਲ ਪਾਸ ਕਰਵਾ ਲਿਆ ਜਾਵੇ। ਰਾਜ ਸਭਾ ਦੇ ਵਿੱਚ ਅੱਗੇ ਅਟਕ ਗਿਆ ਸੀਗਾ, ਲੋਕ ਸਭਾ ਦੇ ਵਿੱਚ ਅੱਜ ਇਹਨਾਂ ਨੇ ਰੱਖਿਆ ਤੇ ਕਾਫੀ ਲੰਮੀ ਚੌੜੀ ਬਹਿਸ ਹੋਈ ਆ। ਅਸਦੁੱਦੀਨ ਓਵੈਸੀ ਆ ਜਿਹੜਾ, ਉਹਨੇ ਵੀ ਕੁਝ ਸੋਧ ਪ੍ਰਸਤਾਵ ਰੱਖੇ ਸੀਗੇ ਜਿਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ। ਹਾਲਾਂਕਿ ਕਾਂਗਰਸ ਨੇ ਬੜਾ ਜ਼ਬਰਦਸਤ ਵਿਰੋਧ ਕੀਤਾ। ਇਹਨਾਂ ਦੇ ਜਿਹੜੇ ਮੱਲਿਕਾਰਜੁਨ ਖੜਗੇ ਆ, ਉਹਨਾਂ ਨੇ ਮੰਗ ਕੀਤੀ ਸੀਗੀ ਕਿ ਇਹਨੂੰ ਭੇਜਿਆ ਜਾਵੇ ਕਮੇਟੀ ਦੇ ਕੋਲ, ਇਸ ਬਿੱਲ ਨੂੰ ਇੱਕ ਵਾਰੀ ਕਮੇਟੀ ਦੇ ਕੋਲ ਭੇਜਿਆ ਜਾਵੇ ਤਾਂ ਕਿ ਕੁਛ ਚੀਜ਼ਾਂ ਨੇ ਜਿਹੜੀਆਂ ਉਹ ਠੀਕ ਕੀਤੀਆਂ ਜਾਣ। ਜਿੱਦਾਂ ਉਹਨਾਂ ਨੇ ਕਿਹਾ ਕਿ ਸੰਵਿਧਾਨ ਦੇ ਮੂਲ ਆਧਾਰ ਵਿਰੁੱਧ ਸਰਕਾਰ ਕੋਈ ਵੀ ਕਾਨੂੰਨ ਨਹੀਂ ਬਣਾ ਸਕਦੀ, ਤੇ ਨਾਲ ਕਿਹਾ ਕਿ ਧਰਮ ਦੇ ਨਾਂ ਤੇ ਇਹ ਬਿੱਲ ਭੇਦਭਾਵ ਕਰਦਾ ਤੇ ਧਾਰਮਿਕ ਆਜ਼ਾਦੀ ਦੇ ਵੀ ਵਿਰੁੱਧ ਆ। ਸੋ ਨਾਲ ਹੀ ਕਿਹਾ ਕਿ ਸਮਾਨਤਾ ਦੇ ਅਧਿਕਾਰ ਦੇ ਔਰ ਇਸਲਾਮ ਦੇ ਵੀ ਵਿਰੋਧ ਦੇ ਵਿੱਚ ਕਾਨੂੰਨ ਜਾਂਦਾ ਕਿਤੇ ਨਾ ਕਿਤੇ। ਸੋ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਜਿਹੜਾ ਬਿੱਲ ਲਿਆਂਦਾ ਤੇ ਔਰਤਾਂ ਦੇ ਨਾਂ ਤੇ ਗਿਆ, ਪਰ ਬਿੱਲ ਸਮਾਜ ਨੂੰ ਜੋੜਨ ਦਾ ਨਹੀਂ ਸਗੋਂ ਤੋੜਨ ਦਾ ਕੰਮ ਕਰਦਾ। ਮਤਲਬ ਕਿ ਜੋ ਰਿਸ਼ਤੇ ਜਿਹੜੇ ਆ ਟੁੱਟ ਰਹੇ ਹੁੰਦੇ ਆ, ਤਿੜਕ ਰਹੇ ਹੁੰਦੇ ਆ, ਇਹ ਸਗੋਂ ਉਹਨਾਂ ਨੂੰ ਮਜ਼ਬੂਤੀ ਦਿੰਦਾ ਤਿੜਕਣ ਤੇ ਟੁੱਟਣ ਦੇ। ਤਾਂ ਇਹ ਉਹਨਾਂ ਦਾ ਕਹਿਣਾ ਸੀਗਾ ਤੇ ਕਹਿੰਦੇ ਆ ਕਿ ਸਾਂਝੀ ਚੋਣ ਕਮੇਟੀ ਕੋਲੇ ਭੇਜੋ ਬਿੱਲ ਤਾਂ ਕਿ ਇਹਦੇ ਵਿੱਚ ਸੋਧਾਂ ਜਿਹੜੀਆਂ ਉਹ ਕੀਤੀਆਂ ਜਾਣ। ਤਾਂ ਇਹਨਾਂ ਨੇ ਇਨਕਾਰ ਕਰ ਦਿੱਤਾ। ਔਰ ਵੈਸੇ ਵੀ ਭਾਰਤੀ ਜਨਤਾ ਪਾਰਟੀ ਨੇ ਪੂਰੀ ਲਾਂਗੜ ਖਿੱਚੀ ਹੋਈ ਸੀ ਕਿ ਇਹਨਾਂ ਨੇ ਵਿਪ ਜਾਰੀ ਕੀਤਾ ਸੀਗਾ ਕਿ ਸਾਰੇ ਮੈਂਬਰ ਪਾਰਲੀਮੈਂਟ ਜਿਹੜੇ ਹਾਜ਼ਰ ਹੈ। ਇਹਦਾ ਸਿੱਟਾ ਇਹ ਹੋਇਆ ਕਿ ਹੱਕ ਦੇ ਵਿੱਚ 245 ਵੋਟਾਂ ਪਈਆਂ, ਵਿਰੋਧ ਦੇ ਵਿੱਚ ਮੇਰੇ ਖਿਆਲ ਦੇ ਨਾਲ ਮਹਿਜ਼ 11 ਵੋਟਾਂ ਪਈਆਂ, ਬਾਕੀ ਇਹ ਬਾਈਕਾਟ ਕਰ ਗਏ ਸੀਗੇ। ਤਾਂ ਹੁਣ ਇਹਨਾਂ ਦੇ ਕੋਲ ਇੱਕ ਹਥਿਆਰ ਹੋਏਗਾ, ਇਹ ਬਾਹਰ ਨਿਕਲ ਕੇ ਸੰਸਦ ਦੇ ਵਿੱਚ ਜਦੋਂ ਇਹ ਕੰਪੇਨ 'ਚ ਜਾਣਗੇ ਤੇ ਕਹਿਣਗੇ ਕਿ ਅਸੀਂ ਔਰਤਾਂ ਦੇ ਹੱਕ ਦੀ ਗੱਲ ਕੀਤੀ ਆ ਔਰ ਖਾਸ ਤੌਰ ਤੇ ਮੁਸਲਿਮ ਔਰਤਾਂ ਦੇ ਹੱਕ ਦੀ ਗੱਲ ਕੀਤੀ ਆ। ਤਾਂ ਨਾਲ ਇਹ ਵੀ ਤਬਾ ਲਾਉਣਗੇ ਕਿ ਭਾਈ ਕਾਂਗਰਸ ਨੇ ਤੇ ਉੱਥੇ ਜੰਮ ਕੇ ਵਿਰੋਧ ਕੀਤਾ। ਤੋ ਇਹ ਨਹੀਂ ਦੱਸਣਾ ਕਿਸੇ ਨੇ ਵੀ ਸਾਫ਼ ਕਿ ਇਸ ਬਿੱਲ ਦੇ ਵਿੱਚ ਕੁਝ ਸੋਧਾਂ ਜਿਹੜੀਆਂ ਉਹ ਜ਼ਰੂਰੀ ਸੀਗੀਆਂ ਜਿਹੜੀਆਂ ਨਹੀਂ ਕੀਤੀਆਂ ਗਈਆਂ। ਤਾਂ ਇਹਦਾ ਹੁਣ ਪ੍ਰਭਾਵ ਹੈ ਜਿਹੜਾ ਉਹ ਕਿੱਦਾਂ ਪਊਗਾ ਵੇਖਣਾ ਹੋਊਗਾ। ਵੈਸੇ ਰਾਜ ਸਭਾ ਦੇ ਵਿੱਚ ਕੀ ਬਣੂਗਾ ਉਹਦੇ ਤੇ ਹਾਲੇ ਵੀ ਅਸਪਸ਼ਟਤਾ ਛਾਈ ਹੋਈ ਆ। ਬਾਕੀ ਜੇ ਨਾ ਵੀ ਹੁੰਦਾ, ਮੈਨੂੰ ਜੋ ਲੱਗਦਾ ਜ਼ਾਤੀ ਤੌਰ ਤੇ ਇਹਨਾਂ ਨੇ ਆਰਡੀਨੈਂਸ ਲੈ ਆਉਣਾ। ਜੇ ਮੰਨ ਲਓ ਬਿੱਲ ਪਾਸ ਨਾ ਵੀ ਹੁੰਦਾ ਇਸ ਮੁੱਦੇ ਤੇ, ਕਿਉਂਕਿ ਪ੍ਰਚਾਰ ਬਹੁਤ ਜ਼ਿਆਦਾ ਕਰ ਚੁੱਕੇ ਸੀਗੇ, ਇਹਨਾਂ ਨੇ ਆਰਡੀਨੈਂਸ ਲੈ ਆਉਣਾ।
ਅਜੇ ਆਰਡੀਨੈਂਸ ਲੈ ਆਉਂਦੇ ਤਾਂ ਵੀ ਇਹਨਾਂ ਦੇ 6 ਮਹੀਨੇ ਨਿਕਲ ਜਾਣੇ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਪੰਚਾਇਤੀ ਚੋਣਾਂ ਨਹੀਂ ਟਲਣਗੀਆਂ, ਚੋਣ ਕਮਿਸ਼ਨ ਨੇ ਕੀਤਾ ਸਪਸ਼ਟ। ਹਾਂ ਬਿਲਕੁਲ, ਕਿਉਂਕਿ ਇਸ ਤੋਂ ਪਹਿਲਾਂ ਹਾਈ ਕੋਰਟ ਦੇ ਵਿੱਚੋਂ ਫੈਸਲਾ ਆ ਗਿਆ ਸੀਗਾ, ਜਿਹੜੀ ਰਿਵਿਊ ਪਟੀਸ਼ਨ ਪਾਈ ਸੀਗੀ ਸਰਕਾਰ ਨੇ, ਪੰਜਾਬ ਸਰਕਾਰ ਦੀ ਜਿਹੜੀ ਇਹ ਪਟੀਸ਼ਨ ਸੀਗੀ ਖਾਰਜ ਕਰ ਦਿੱਤੀ ਗਈ। ਤੇ ਹਾਈ ਕੋਰਟ ਨੇ ਆਖਿਆ ਕਿ ਦੇਖੋ ਛੁੱਟੀਆਂ ਚੱਲ ਰਹੀਆਂ, ਡਬਲ ਬੈਂਚ ਨੇ ਫੈਸਲਾ ਦਿੱਤਾ, ਡਬਲ ਬੈਂਚ ਹੀ ਇਸ ਮਾਮਲੇ ਤੇ ਮੁਤਲਕ ਸੁਣਵਾਈ ਕਰੂਗਾ। ਇਹ ਸੁਣਵਾਈ ਮੇਰੇ ਖਿਆਲ ਦੇ ਨਾਲ 7 ਜਨਵਰੀ ਤੱਕ ਟਲ ਗਈ ਸੀ। ਇਹਦਾ ਮਤਲਬ ਇਹ ਸੀਗਾ ਕਿ ਜੋ ਸਰਕਾਰ ਨੇ ਗੁਹਾਰ ਲਾਈ ਸੀਗੀ ਕਿ ਸਾਡੀ ਸੁਣੋ, ਔਰ ਇਹ ਜਿਹੜੇ ਪਹਿਲਾਂ ਤੁਸੀਂ ਫੈਸਲਾ ਦਿੱਤਾ, ਇਹ ਪਟੀਸ਼ਨ ਜਿਹੜੀ ਤੁਸੀਂ ਪ੍ਰਵਾਨ ਕੀਤੀ, ਇਹਨੂੰ ਖਾਰਜ ਕਰਕੇ ਸਾਡਾ ਜਿਹੜਾ ਚੁਣਾਵੀ ਪ੍ਰਕਿਰਿਆ ਦਾ ਕੰਮ ਕਰ ਰਿਹਾ ਉਹ ਨੇਪਰੇ ਚੜ੍ਹਨ ਦਿਓ। ਜਦੋਂ ਸਰਕਾਰ ਦਾ ਇਹ ਪੱਖ ਉੱਥੇ ਰਿਜੈਕਟ ਹੋ ਗਿਆ, ਰਿਜੈਕਸ਼ਨ ਆ ਗਈ, ਤਾਂ ਇੱਕ ਵੇਲੇ ਇਹ ਲੱਗਿਆ ਕਿ ਪੰਜਾਬ ਦੇ ਵਿੱਚ ਸ਼ਾਇਦ ਚੋਣਾਂ ਜਿਹੜੀਆਂ ਟਲ ਜਾਵੇ। ਤਾਂ ਬਾਅਦ ਦੇ ਵਿੱਚ ਫਿਰ ਚੋਣ ਕਮਿਸ਼ਨ ਹੈ ਜਿਹੜਾ ਸੂਬਾਈ ਚੋਣ ਕਮਿਸ਼ਨ ਹੁੰਦਾ, ਉਹ ਸਾਹਮਣੇ ਆਇਆ, ਉਹ ਕਹਿੰਦਾ ਕਿ ਨਹੀਂ, ਇਹ ਜਿਹੜੀਆਂ 30 ਦਸੰਬਰ ਨੂੰ ਚੋਣਾਂ ਹੋਣੀਆਂ, ਇਹ ਤਰੀਕ ਟਾਲੀ ਨਹੀਂ ਜਾ ਸਕਦੀ, ਕਿਉਂਕਿ ਇਹਨਾਂ ਦਾ ਨੋਟੀਫਿਕੇਸ਼ਨ ਹੈ ਜਿਹੜਾ ਉਹ ਕਾਫੀ ਲੰਮਾ ਸਮਾਂ ਪਹਿਲਾਂ ਜਾਰੀ ਹੋ ਚੁੱਕਾ ਸੀਗਾ। ਤੇ ਫਿਰ ਉਹਨਾਂ ਨੇ ਕਿਹਾ ਕਿ ਜਾਂਚ ਪੜਤਾਲ ਜਿਹੜੀ ਆ ਉਹ 48 ਘੰਟਿਆਂ 'ਚ ਮੁਕੰਮਲ ਹੋ ਜਾਊਗੀ। ਉਸ ਤੋਂ ਬਾਅਦ ਬੈਲਟ ਪੇਪਰਾਂ ਦੇ ਵਿੱਚ ਜਿੱਥੇ ਜਿੱਥੇ ਸੁਧਾਈ ਕਰਕੇ ਨਵੇਂ ਬੈਲਟ ਪੇਪਰ ਜੋੜਨੇ ਪੈਣਗੇ, ਉਹ ਜੋੜ ਲਏ ਜਾਣਗੇ। ਤਾਂ ਇਹਨਾਂ ਨੇ ਇਹ ਵੀ ਸਾਫ਼ ਕੀਤਾ ਕਿ ਦੇਖੋ, ਜੇ ਕੋਈ ਫੋਟੋਗ੍ਰਾਫੀ ਕਰਨਾ ਚਾਹੁੰਦਾ ਹੈ ਉਹ ਆਪਣੇ ਪੱਧਰ ਤੇ ਕਰਵਾਵੇ। ਮਸਲਨ ਕੁਛ ਪਿੰਡਾਂ ਦਾ ਰੌਲਾ, ਉਹ ਮੰਗ ਕਰਦੇ ਆ ਕਿ ਬੂਥ ਦੇ ਅੰਦਰ ਫੋਟੋਗ੍ਰਾਫੀ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਕਿ ਫੋਟੋਗ੍ਰਾਫੀ ਕਰਨ ਤੇ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਕੋਈ ਧੱਕਾ ਨਾ ਹੋਵੇ। ਤਾਂ ਇਹਨਾਂ ਨੇ ਇਹ ਸਾਫ਼ ਕਰ ਦਿੱਤਾ ਕਿ ਕਹਿੰਦੇ ਕਿ ਫੋਟੋਗ੍ਰਾਫੀ ਦਾ ਪ੍ਰਬੰਧ ਅਸੀਂ ਨਹੀਂ ਜੀ ਕਰਨਾ, ਜਿਹਨੇ ਕਰਨਾ ਉਹ ਆਪਣੇ ਪੱਧਰ ਤੇ ਕਰ ਲਵੇ। ਨਾਲ ਇਹ ਕਿਹਾ ਕਿ ਬੂਥ ਦੇ ਅੰਦਰ ਫੋਟੋਗ੍ਰਾਫੀ ਦੀ ਕਿਸੇ ਨੂੰ ਇਜਾਜ਼ਤ ਨਹੀਂ ਮਿਲੂਗੀ, ਕਿਸੇ ਨੂੰ ਆਗਿਆ ਨਹੀਂ ਮਿਲਣੀ। ਉਸ ਤੋਂ ਬਾਰ-ਬਾਰ ਤੁਸੀਂ ਜਿੱਦਾਂ ਮਰਜ਼ੀ ਕੈਮਰਾ ਘੁਮਾਈ ਫਿਰੋ, ਕੋਈ ਚੱਕਰ ਨਹੀਂ। ਸੋ ਇਹ ਚੀਜ਼ਾਂ ਇਹਨਾਂ ਨੇ ਸਾਫ਼ ਕਰ ਦਿੱਤੀਆਂ। ਇਹਦਾ ਮਤਲਬ ਇਹੋ ਹੀ ਆ ਕਿ ਹੁਣ ਇਲੈਕਸ਼ਨ ਹੈ ਜਿਹੜੇ ਉਹ 30 ਤਰੀਕ ਨੂੰ ਹੀ ਹੋਣਗੇ। ਇਹਦੇ ਤੇ ਬਹੁਤ ਪੰਬਲ ਪੂਸਾ ਬਣਿਆ ਹੋਇਆ ਸੀਗਾ, ਪਰ ਅੱਜ ਸਾਰੀ ਚੀਜ਼ ਜਿਹੜੀ ਆ ਉਹ ਕਲੀਅਰ ਹੋ ਗਈ ਆ। ਪਰ ਚੋਣਾਂ ਦੇ ਨਾਲ ਜੁੜਿਆ ਇੱਕ ਤੁਹਾਨੂੰ ਦਿਲਚਸਪ ਹਾਦਸਾ ਵੀ ਦੱਸ ਦਿੰਦਾ ਕਿ ਜਲੰਧਰ ਜ਼ਿਲ੍ਹੇ ਦੇ ਵਿੱਚ ਇੱਕ ਵਿਧਾਇਕ ਦੀ ਧੀ ਨੇ ਨਾਮਜ਼ਦਗੀ ਭਰੀ ਸੀਗੀ, ਔਰ ਨਾਮਜ਼ਦਗੀ ਭਰੀ ਸੀਗੀ ਇਸ ਵਾਸਤੇ ਕਿ ਚਲੋ ਵਿਧਾਇਕਾ ਦੀ ਧੀ ਆ, ਔਰ ਹੈ ਵੀ ਉਹ ਐਸੇ ਖਾਨਦਾਨ ਦੀ ਆ ਜਿਨ੍ਹਾਂ ਦੀਆਂ ਪੁਸ਼ਤਾਂ ਹੀ ਜਿਹੜੀਆਂ ਰਾਜਨੀਤੀ 'ਚ ਆਈਆਂ ਨੇ, ਔਰ ਉਹ ਸਾਰਿਆਂ ਦੀਆਂ ਸਾਰਿਆਂ ਜਿੰਨੀਆਂ ਇਹਨਾਂ ਦੀਆਂ ਹਸਤੀਆਂ ਆਈਆਂ ਰਾਜਨੀਤੀ 'ਚ ਉਹ ਸਰਪੰਚੀ ਤੋਂ ਚੱਲੀਆਂ। ਸ਼ਾਇਦ ਇਸ ਗੁੜੀਆ ਰਾਣੀ ਨਾਮ ਬਾਰੇ ਵੀ ਇਹੋ ਸੋਚਿਆ ਗਿਆ ਕਿ ਸਰਪੰਚੀ ਤੋਂ ਸ਼ੁਰੂ ਹੋਊਗੀ ਤਾਂ ਮੰਤਰੀ ਤੱਕ ਚਲੇ ਜਾਊਗੀ। ਤਾਂ ਇੱਥੇ ਹੋਇਆ ਸੀ ਕਿ 2 ਹੋਰ ਮਿੱਤਰ ਪੈ ਸਰਪੰਚ, ਤੇ ਕਮਾਲ ਦੀ ਗੱਲ ਆ ਕਿ ਉਹ ਵਿਧਾਇਕਾ ਦੀ ਜਿਹੜੀ ਬੇਟੀ ਆ ਉਹ ਆਪਣੀ ਨਾਮਜ਼ਦਗੀ ਵਾਪਸ ਲੈ ਗਈ ਆ। ਇਹ ਪਤਾ ਨਹੀਂ ਹੁਣ ਡਰ ਸੀ ਜਾਂ ਪੇਂਡੂ ਲੋਕਾਂ ਦਾ ਸਤਿਕਾਰ ਕੀਤਾ ਗਿਆ ਕਿ ਕੋਈ ਗੱਲ ਨਹੀਂ, ਸਾਡੇ ਕੋਲ ਵਾਧੂ ਅਹੁਦੇ ਆ, ਤੁਸੀਂ ਸਰਪੰਚੀ ਲੈ। ਇੱਦਾਂ ਇਹ ਸੋਚਣ ਨੂੰ ਮਿਲਦੀ ਤਾਂ ਨਹੀਂ ਗੱਲ, ਪਰ ਦੇਖੋ ਕੀ ਵਿੱਚੋਂ ਜਿਹੜੀ ਗੱਲ ਨਿਕਲੀ ਹੋਣੀ ਆ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਿਮਿਤ ਸੰਸਦ ਤੋਂ ਪੂਰੇ ਦੇਸ਼ ਦੇ ਵਿੱਚ ਸ਼ਹੀਦੀ ਹਫ਼ਤਾ ਮਨਾਉਣ ਦੀ ਮੰਗ। ਭਗਵੰਤ ਮਾਨ ਨੇ ਅੱਜ ਸਵੇਰੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਸੀਗਾ ਕਿ ਉਹ ਲੋਕ ਸਭਾ ਦੇ ਸਪੀਕਰ ਕੋਲ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸੰਸਦ ਵਿੱਚ ਸ਼ਰਧਾਂਜਲੀ ਦੇਣ ਸੰਬੰਧੀ ਇੱਕ ਮੰਗ ਪੱਤਰ ਦੇਣ ਜਾ ਰਹੇ ਆ। ਤੇ ਉਸ ਤੋਂ ਬਾਅਦ ਫਿਰ ਦੱਸਦੇ ਆ ਕਿ ਸਪੀਕਰ ਨੇ ਉਹ ਜਿਹੜਾ ਮੰਗ ਪੱਤਰ ਸੀ ਪ੍ਰਵਾਨ ਕਰ ਲਿਆ ਤੇ ਇਸ ਲਾਸਾਨੀ ਸ਼ਹਾਦਤ ਨੂੰ ਸੰਸਦ ਨੇ ਵੀ ਸਲਾਮ ਕੀਤਾ, ਯਾਨੀ ਸ਼ਰਧਾਂਜਲੀ ਕੀਤੀ ਆ। ਇਹਦੇ ਵਿੱਚ ਦੱਸਦੇ ਆ ਕਿ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਆਵਾਜ਼ ਚੁੱਕੀ ਆ। ਇਹ ਇੱਕ ਚੰਗੀ ਪਹਿਲ ਕਦਮੀ ਆ। ਮੇਰੇ ਖਿਆਲ ਦੇ ਨਾਲ ਇਹਨਾਂ ਨੇ ਭਗਵੰਤ ਮਾਨ ਹੋਰਾਂ ਨੇ ਭਗਤ ਸਿੰਘ ਨੂੰ ਵੀ ਸ਼ਰਧਾਂਜਲੀ ਦਵਾਈ ਸੀ ਇੱਕ ਵਾਰੀ ਜੀ। ਇਹ ਚੀਜ਼ਾਂ ਠੀਕ ਨੇ। ਕੁਛ ਲੋਕ ਬੜਾ ਹਵਾ ਤਵਾ ਬੋਲ ਰਹੇ ਆ, ਜਿਹੜੇ ਪੋਰਟਲ ਤੇ ਖਬਰ ਪਈ ਆ ਹੇਠਾਂ ਕਮੈਂਟ ਬਹੁਤ ਸ਼ਰਾਬੀ ਫਲਾਣ ਟਮਕਾ ਵੋਟਾਂ ਦਾ ਮਾਰਾ। ਮੇਰੇ ਖਿਆਲ ਦੇ ਨਾਲ ਦੇਖੋ, ਰਾਜਨੀਤਿਕ ਲੋਕ ਰਾਜਨੀਤੀ ਕਰਨਗੇ, ਉਹਨਾਂ ਨੇ ਆਪਣੀਆਂ ਵੋਟਾਂ ਦੇਖਣੀਆਂ, ਗੱਲ ਵੱਖਰੀ ਆ। ਇਹ ਅਲੱਗ ਰੱਖ ਦੇਣੀ ਚਾਹੀਦੀ ਆ। ਅਸੀਂ ਜਦੋਂ ਕਹਿੰਦੇ ਆ ਕਿ ਸਾਡੇ ਸਿੱਖਾਂ ਬਾਰੇ ਕੋਈ ਉੱਥੇ ਬੋਲਦਾ ਨਹੀਂ ਹੈ, ਸਾਡੇ ਪੰਜਾਬ ਦੀ ਕੋਈ ਗੱਲ ਨਹੀਂ ਕਰਦਾ, ਤਾਂ ਫਿਰ ਜਦੋਂ ਕੋਈ ਕਰਦਾ, ਚਾਹੇ ਉਹ ਕਿਸੇ ਵੀ ਹਿੱਤ ਲਈ ਕਰਦਾ, ਕਿਸੇ ਵੀ ਮੰਤਵ ਲਈ, ਢਿੱਡੋਂ ਪਤਾ ਨਹੀਂ ਕੀ ਸੋਚ ਕੇ ਚੱਲ ਰਿਹਾ, ਕੀ ਪਤਾ ਉਹਦੀ ਸੱਚੀ ਭਾਵਨਾ ਹੋਵੇ, ਤਾਂ ਸਾਨੂੰ ਮੇਰੇ ਖਿਆਲ ਦੇ ਨਾਲ ਮਾੜਾ ਮੋਟਾ ਸਤਿਕਾਰ ਕਰਨਾ ਚਾਹੀਦਾ, ਚਾਹੇ ਪ੍ਰੇਮ ਸਿੰਘ ਚੰਦੂਮਾਜਰਾ, ਚਾਹੇ ਭਗਵੰਤ ਮਾਨ। ਕਿਉਂਕਿ ਅਸੀਂ ਜੇ ਆਲੋਚਨਾ ਦਾ ਹੱਕ ਰੱਖਦੇ ਹਾਂ ਤਾਂ ਉਹ ਵੀ ਹੱਕ ਰੱਖਦੇ ਆ ਜੇ ਕੋਈ ਚੰਗਾ ਕੰਮ ਕਰਦੇ, ਤਾਂ ਮੇਰੇ ਖਿਆਲ ਦੇ ਨਾਲ ਇੱਕ ਬਹੁਤ ਵਧੀਆ ਕੰਮ ਆ। ਔਰ
ਜੇ ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਸ਼ਹੀਦੀ ਹਫ਼ਤਾ ਮਨਾਇਆ ਜਾਂਦਾ ਤਾਂ ਜੋ ਕੰਮ ਮੇਰੇ ਖਿਆਲ ਦੇ ਨਾਲ ਸਾਡੀ ਅੱਜ ਤੱਕ ਕਮੇਟੀ ਨਹੀਂ ਕਰ ਸਕੀ ਉਹ ਇਹ ਸੰਸਦ ਮੈਂਬਰ ਕਰਵਾ ਸਕਦੇ ਆ। ਹਾਲਾਂਕਿ ਮੰਗ ਜਿਹੜੀ ਆ ਉਹ ਮੰਨੀ ਜਾਣੀ ਆ। ਉਹ ਕਦੋਂ ਮੰਨੀ ਜਾਣੀ ਆ ਇਹਦੇ ਕੋਈ ਇਮਕਾਨ ਨਹੀਂ ਹੈ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਤੇ ਇਹ ਧਿਆਨ ਘੱਟ ਦਿੰਦੇ ਆ। ਪਰ ਮਸਲਾ ਜੇ ਉੱਠਿਆ ਜੇ ਸਾਰੇ ਸ਼ਿੱਦਤ ਨਾਲ ਇਹ ਇਕਜੁੱਟ ਹੋ ਕੇ ਕੰਮ ਕਰਨ ਤੇ ਮੰਨ ਲਓ ਇਹ ਹਫ਼ਤਾ ਜਿਹੜਾ ਉਹ ਮਨਾਇਆ ਜਾਣ ਲੱਗ ਪੈਂਦਾ ਪੂਰੇ ਦੇਸ਼ ਦੇ ਵਿੱਚ, ਤਾਂ ਮੇਰੇ ਖਿਆਲ ਦੇ ਨਾਲ ਦੇਖ ਲਓ ਕਿ ਸਾਲਾਂ ਤੱਕ ਦਹਾਕਿਆਂ ਤੱਕ ਜਿਹੜਾ ਕੰਮ ਨਹੀਂ ਇਹ ਕਰ ਸਕੇ ਉਹ ਕੰਮ ਹੈ ਜਿਹੜਾ ਉਹ ਸਾਡੇ ਮੈਂਬਰ ਪਾਰਲੀਮੈਂਟ ਕਰ ਸਕਦੇ ਆ। ਤਾਂ ਇਹ ਮੰਗ ਜਿਹੜੀ ਆ ਉਹ ਲਗਾਤਾਰ ਇਕਜੁੱਟ ਹੋ ਕੇ ਚੁੱਕਣੀ ਚਾਹੀਦੀ ਹੈ। ਜੀ ਜੀ ਅਗਲੀ ਜਿਹੜੀ ਆ ਉਹ ਗੱਲ ਕਰਦੇ ਆ, ਕਹਿੰਦੇ ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਏਮਜ਼ ਬਠਿੰਡਾ ਦੀਆਂ ਫੀਸਾਂ ਮੁਆਫ। ਸ਼ੁਕਰ ਹੈ ਇਹਨਾਂ ਦੀ ਗਰਾਰੀ ਬੜੇ ਲੰਬੇ ਸਮੇਂ ਤੋਂ ਫਸੀ ਸੀ। ਤੁਹਾਨੂੰ ਚੇਤਾ ਹੋਣਾ ਇੱਕ ਵਾਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਾ ਕੇ ਉੱਥੇ ਟੱਕ ਵੀ ਠੋਕ ਦਿੱਤਾ ਸੀਗਾ। ਹਾਲਾਂਕਿ ਹਾਲੇ ਕੋਈ ਬਹੁਤ ਸਾਰੀ ਕੋਈ NOC ਰਹਿੰਦੀ ਸੀ, ਕੋਈ ਸਕੀਮ ਜਿਹੜੀ ਹੋਰ ਅੱਧ ਵਾਟੇ ਸੀਗੀ, ਕੋਈ ਐਸਟੀਮੇਟ ਰਹਿੰਦਾ ਸੀਗਾ। ਇਹਨਾਂ ਨੇ ਜਾ ਕੇ ਟੱਕ ਠੋਕ ਦਿੱਤਾ ਸੀ। ਕਹਿੰਦੇ ਕਿ ਪੰਜਾਬ ਸਰਕਾਰ ਹੈ ਜਿਹੜੀ ਉਹ ਉੜੀਕੇ ਡਾਉਂਦੀ ਆ, ਜਦਕਿ ਕੇਂਦਰ ਸਰਕਾਰ ਨੇ ਸਾਰਾ ਕੁਛ ਕਲੀਅਰ ਕੀਤਾ ਗਿਆ। ਤੇ ਉਦੋਂ ਕਾਫੀ ਜ਼ਿਆਦਾ ਆਲੋਚਨਾ ਹੋਈ ਸੀ ਪੰਜਾਬ ਸਰਕਾਰ ਦੀ, ਕਿਉਂਕਿ ਹਰੇਕ ਬੰਦਾ ਇਹ ਵੀ ਸੋਚਦਾ ਕਿ ਦੇਖੋ ਐਡਾ ਵੱਡਾ ਪ੍ਰੋਜੈਕਟ ਏਮਜ਼ ਕੋਈ ਛੋਟਾ ਪ੍ਰੋਜੈਕਟ ਨਹੀਂ ਹੈ, ਚਾਹੇ ਉਹ ਬਠਿੰਡੇ ਬਣ ਰਿਹਾ ਜਿਹੜਾ ਕਿ ਬਾਦਲਾਂ ਦਾ ਹਲਕਾ, ਪਰ ਬਣ ਕੇ ਪੰਜਾਬ ਦੇ ਵਿੱਚ ਰਿਹਾ। ਔਰ ਬਠਿੰਡਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਅੱਧ ਜੇ ਕੀ ਆ ਜਾਂਦਾ ਹੈ, ਕੋਈ ਇਹ ਨਹੀਂ ਹੈ, ਸਾਰੇ ਸ਼ਹਿਰਾਂ ਨੂੰ ਤਕਰੀਬਨ ਨੇੜੇ ਹੀ ਪੈ ਜਾਂਦਾ, ਕੋਈ ਬਹੁਤੀ ਗੱਲ ਨਹੀਂ ਹੈ ਕਿ ਇੱਕ ਸਾਈਡ ਤੇ ਆ। ਬਠਿੰਡੇ ਬਾਰੇ ਪਹਿਲਾਂ ਏਮਜ਼ ਬਾਰੇ ਇਹ ਖਿੱਚਾਤਾਣ ਰਹੀ, ਕੋਈ ਦੁਆਬੇ ਚਲੇ ਜਾਊ ਸੀ, ਕੋਈ ਮਾਝੇ ਚਲੇ ਜਾਊ ਸੀਗਾ, ਚਲੋ ਇੱਧਰੇ ਲੈ ਆਏ। ਤਾਂ ਏਮਜ਼ ਚਲੋ ਹੁਣ ਵੀ ਹੈ ਜਿਹੜਾ ਪੰਜਾਬ ਹੈ ਜਿਹੜਾ 3-4 ਘੰਟਿਆਂ 'ਚ ਪਾਰ ਕਰ ਜਾਂਦਾ ਬੰਦਾ ਇੱਕ ਵਾਰੀ ਤੇ। ਏਡਾ ਵੱਡਾ ਪ੍ਰੋਜੈਕਟ ਆ ਗਿਆ ਤੇ ਰਲ ਮਿਲ ਕੇ ਇਹਨਾਂ ਨੂੰ ਇਹ ਨੇਪਰੇ ਚੜਾ ਲੈਣਾ ਚਾਹੀਦਾ। ਤੇ ਇਹਨਾਂ ਦੀ ਖਿੱਚਾਤਾਣ ਇਸ ਗੱਲ ਨੂੰ ਲੈ ਕੇ ਸੀਗੀ ਕਿ ਬਾਦਲਾਂ ਨੂੰ ਕ੍ਰੈਡਿਟ ਨਾ ਮਿਲ ਜਾਵੇ, ਤਾਂ ਅਸੀਂ ਇਹਨੂੰ ਲੇਟ ਕਰ ਦਈਏ, ਉਦੋਂ ਤੱਕ OPD ਨਾ ਚੱਲੇ ਜਦੋਂ ਤੱਕ ਇਲੈਕਸ਼ਨ ਆਉਣੇ। ਸੋ ਇਹਨਾਂ ਨੇ ਕਾਫੀ ਲੇਟ ਲਤੀਫੀ ਕੀਤੀ ਇਸ ਮਾਮਲੇ ਤੇ। ਜਦੋਂ ਟੱਕ ਲਾ ਦਿੱਤਾ ਉੱਥੇ ਜਾ ਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ, ਨਾ ਉੱਥੇ ਕੁਛ ਹੈਗਾ ਸੀ ਨਾ ਲੈਣਾ ਨਾ ਦੇਣਾ, ਜਾ ਕੇ ਐਵੇਂ ਬਸ ਟੱਕ ਜਾ ਲਾ ਦਿੱਤਾ, ਖਬਰ ਲੱਗ ਗਈ। ਉਸ ਤੋਂ ਬਾਅਦ ਇੱਕ ਦਬਾਅ ਬਣ ਗਿਆ ਸੀਗਾ, ਸਾਰੇ ਇਹ ਗੱਲ ਕਹਿਣ ਲੱਗ ਪਏ ਸੀ ਕਿ ਪੰਜਾਬ ਸਰਕਾਰ ਨੂੰ ਜਲਦੀ NOC ਜਿੰਨੀਆਂ ਵੀ ਰਹਿ ਗਈਆਂ ਉਹ ਦੇਣੀਆਂ ਚਾਹੀਦੀਆਂ। ਤਾਂ ਅੱਜ ਸਿੱਧੂ ਸਾਹਿਬ ਨੇ ਸਾਰਾ ਕੰਮ ਹੈ ਜਿਹੜਾ ਕਰ ਦਿੱਤਾ। ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਬਠਿੰਡਾ ਨਿਗਮ ਦੇ ਵੱਲ ਜੋ ਵੀ NOCਆਂ ਬਣਦੀਆਂ ਉਹ ਕਲੀਅਰ ਹੋ ਜਾਣਗੀਆਂ। ਔਰ ਜਿਹੜੀ ਇਹ ਦੇਣਦਾਰੀ ਹੈ 5 ਕਰੋੜ ਦੀ, ਮਤਲਬ ਕਿ ਏਮਸ ਪ੍ਰੋਜੈਕਟ ਦੀ ਜਿਹੜੀ ਦੇਣਦਾਰੀ ਬਣਦੀ ਹੈ, ਜੋ ਫੀਸਾਂ ਸੈਸ ਵਗੈਰਾ, ਉਹ 5 ਕਰੋੜ ਹੈ ਤੇ 5 ਕਰੋੜ ਜਿਹੜੀ ਹੈ ਉਹ ਮਾਫ ਕੀਤੀ ਜਾਂਦੀ। ਤਾਂ ਮੇਰੇ ਖਿਆਲ ਦੇ ਨਾਲ ਸਿੱਧੂ ਨੇ ਜਿਹੜੇ ਉਹਨਾਂ ਦੇ ਮਹਿਕਮੇ ਨੇ ਉਹ ਕੰਮ ਕੀਤਾ, ਇਹ ਬਿਹਤਰੀਨ ਕੰਮ ਹੈ, ਕਿਉਂਕਿ ਜਲਦੀ ਤੋਂ ਜਲਦੀ ਪ੍ਰੋਜੈਕਟ ਬਣੂਗਾ। ਪੰਜਾਬ ਠੀਕ ਤੇ ਹੁੰਦਾ ਨਹੀਂ ਪਿਆ ਇਹਨਾਂ ਤੋਂ, ਕਿਉਂਕਿ ਪੰਜਾਬ ਇਸ ਸਮੇਂ ਬਿਮਾਰ ਦੀ ਅਵਸਥਾ ਦੇ ਵਿੱਚ ਆ। ਤਾਂ ਘੱਟੋ ਘੱਟ ਇਲਾਜ ਵਾਸਤੇ ਹਸਪਤਾਲ ਹੀ ਹੋਵੇ, ਕਿਉਂਕਿ ਜਿਸ ਸਮੇਂ ਕੋਈ ਮਾਤੜ ਬੰਦਾ ਇੱਥੇ ਬਿਮਾਰ ਹੋ ਜਾਂਦਾ ਉਹਨੂੰ ਇਸ ਤਰ੍ਹਾਂ ਹੀ ਲੱਗਦਾ ਕਿ ਉਹ ਜੇ ਬਚ ਵੀ ਗਿਆ ਤੇ ਫਿਰ ਸਾਰੀ ਜ਼ਿੰਦਗੀ ਉਹ ਕਰਜ਼ੇ ਹੇਠੋਂ ਨਹੀਂ ਨਿਕਲਦਾ, ਕਿਉਂਕਿ ਉਹਦਾ ਇਲਾਜ ਉੱਥੇ ਹੋ ਰਿਹਾ ਹੁੰਦਾ ਜਿੱਥੇ ਬਸ ਮਸ਼ੀਨਾਂ ਦੇ ਵਿੱਚ ਮੁਰਦੇ ਵੀ ਪੈਸੇ ਬਿੱਲ ਪਵਾਈ ਜਾਂਦੇ ਆ, ਉਹੋ ਜਿਹੇ ਹਸਪਤਾਲ ਹੁੰਦੇ ਆ। ਕਹਿਣ ਦਾ ਮਤਲਬ ਹੈ ਕਿ ਇਸ ਤਰ੍ਹਾਂ ਦਾ ਹਸਪਤਾਲ ਆ ਜਾਣਾ ਔਰ ਮਾਲਵੇ ਦੇ ਇਲਾਕੇ 'ਚ ਆ ਜਾਣਾ ਠੀਕ ਆ, ਸਾਰੇ ਪੰਜਾਬ ਨੂੰ ਇਹਦਾ ਫਾਇਦਾ ਵਾ। ਪਰ ਆ ਜਿਹੜੀ ਅੜਫਸੀ ਹੈ ਵੀ ਛੱਡਣੀ ਚਾਹੀਦੀ, ਵੀ ਪਿਰਤ ਮਾੜੀ ਆ। ਇਹ ਇੱਕ ਨੇ ਪ੍ਰੋਜੈਕਟ ਲੈ ਆਂਦਾ, ਦੂਜੇ ਨੇ ਇਹ ਸੋਚਣਾ ਕਿ ਅਸੀਂ ਕਿਉਂ ਕਲੀਅਰ ਕਰੀਏ, ਇਹਨੂੰ ਕ੍ਰੈਡਿਟ ਨਾ। ਲੋਕਾਂ ਦੀ ਸਹੂਲਤ ਵੇਖਣੀ ਚਾਹੀਦੀ ਹੈ। ਕਾਫੀ ਲੇਟ ਲਤੀਫੀ ਇਹਨਾਂ ਦੀ ਖਿੱਚਾਤਾਣ 'ਚ ਹੋਈ ਆ। ਜੀ ਜੀ ਅਗਲੀ ਮਿੰਟੂ ਜੀ ਖਬਰ ਤੇ ਨਜ਼ਰ ਮਾਰਦੇ, ਕਹਿੰਦੇ ਸੁਖਜਿੰਦਰ ਰੰਧਾਵਾ ਨੇ ਪ੍ਰਧਾਨ ਮੰਤਰੀ ਨੂੰ ਮੰਗਾਰਿਆ, ਜੇ ਮੈਂ ਝੂਠਾ ਨਿਕਲਿਆ ਦੇਵਾਂਗਾ ਅਸਤੀਫਾ। ਇਹ ਪ੍ਰਧਾਨ ਮੰਤਰੀ ਆਇਆ ਸੀ ਅੱਜ ਹਿਮਾਚਲ ਦੇ ਵਿੱਚ, ਤੇ ਆਦਤ ਦੇ ਮੁਤਾਬਕ ਉਹਨੇ ਕੁਛ ਨਾ ਕੁਛ ਕਰਨਾ ਹੀ ਹੁੰਦਾ। ਪ੍ਰਧਾਨ ਮੰਤਰੀ ਕੁਛ ਨਾ ਕੁਛ ਇਹੋ ਜਿਹਾ ਬੋਲ ਜਾਣਾ ਹੁੰਦਾ ਜਿਹੜਾ ਫਿਰ ਜਦੋਂ ਅੰਕੜਾ ਮਾਹਰ ਜਾਂ ਜਿਹੜੇ ਉਹਨਾਂ ਦੇ ਵਿਰੋਧੀ ਜਦੋਂ ਫੋਲਦੇ ਤਾਂ ਕਹਿੰਦੇ ਕਿ ਇੱਕ ਹੋਰ ਝੂਠ। ਜਦੋਂ ਤੁਸੀਂ ਗੂਗਲ ਤੇ ਜਾ ਕੇ ਮੋਦੀ ਕੇ ਝੂਠ ਪੜੋਗੇ, ਜਾ ਕੇ ਭਰ ਦਿਓ, ਤੁਹਾਨੂੰ ਇੰਨੇ ਮਿਲ ਜਾਣਗੇ ਔਨ ਰਿਕਾਰਡ ਕਹਿ ਰਿਹਾ ਮੈਂ, ਆਫ ਦੀ ਰਿਕਾਰਡ ਇਹ ਗੱਲ ਨਹੀਂ ਹੈ, ਔਨ ਦੀ ਰਿਕਾਰਡ ਤੁਹਾਨੂੰ ਮੀਡੀਆ ਅਦਾਰਿਆਂ ਵਿੱਚ ਇਹੋ ਜਿਹੇ ਅੰਕੜੇ ਮਿਲ ਜਾਣਗੇ, ਤੁਸੀਂ ਹੈਰਾਨ ਰਹਿ ਜਾਓਗੇ ਕਿ ਪ੍ਰਧਾਨ ਮੰਤਰੀ ਕਿਹੜੀ ਦੁਨੀਆ 'ਚ ਤੁਰਿਆ ਫਿਰਦਾ। ਸੋ ਇਹ ਜਾ ਕੇ ਤੁਸੀਂ ਭਰ ਕੇ ਹੁਣੇ ਦੇਖ ਲਿਓ, ਤੁਹਾਨੂੰ ਮਹਾਨ ਤੋਂ ਮਹਾਨ ਗੱਪ ਹੈ ਜਿਹੜਾ ਉਹ ਪੜ੍ਹਨ ਨੂੰ ਮਿਲੇਗਾ। ਖੈਰ ਇਹਨਾਂ ਨੇ ਉੱਥੇ ਅੱਜ ਕਹਿ ਦਿੱਤਾ, ਕਹਿੰਦੇ ਕਿ ਐਵੇਂ ਸੱਤਾ ਦੇ ਵਿੱਚ ਆਉਣ ਲਈ ਇਹ ਝੂਠ ਬੋਲਦੇ ਰਹਿੰਦੇ ਆ ਕਾਂਗਰਸੀ। ਪੰਜਾਬ ਦੇ ਵਿੱਚ ਇਹਨਾਂ ਨੇ ਕੋਈ ਕਰਜ਼ਾ ਮਾਫ ਨਹੀਂ ਕੀਤਾ। ਦੇਖੋ ਹੁਣ ਇਹ ਬੜੀ ਸਧਾਰਨ ਜੀ ਗੱਲ ਆ, ਬੜੀ ਸਧਾਰਨ ਜਾਣਕਾਰੀ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਬੇਸ਼ੱਕ ਪੂਰਾ ਕਰਜ਼ਾ ਮਾਫ ਨਹੀਂ ਹੋਇਆ, ਪਰ
ਕੁਛ ਨਾ ਕੁਛ ਇਹਨਾਂ ਨੇ ਜ਼ਰੂਰ ਕੀਤਾ। ਇਸ ਗੱਲ ਤੋਂ ਕੋਈ ਮੁਨਕਰ ਹੋ ਸਕਦਾ? ਕਿੰਨੇ ਸਮਾਗਮ ਹੋਏ ਆ, ਕਿੰਨੇ ਕਿਸਾਨਾਂ ਨੂੰ ਇਹਨਾਂ ਨੇ ਕਰਜ਼ਾ ਮਾਫੀ ਵਾਲੇ ਉਹ ਸਰਟੀਫਿਕੇਟ ਵੰਡੇ ਆ। ਤਾਂ ਇਸ ਮਾਮਲੇ ਦੇ ਵਿੱਚ ਫਿਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਗੁੱਸਾ ਆ ਗਿਆ, ਕਿਉਂਕਿ ਸਹਿਕਾਰਤਾ ਮੰਤਰਾਲਾ ਉਹਦੇ ਕੋਲ ਆ। ਉਹ ਕਹਿੰਦਾ ਕਿ ਜੇ ਮੇਰੇ ਅੰਕੜੇ ਝੂਠ ਨਿਕਲਣ ਜੋ ਮੈਂ ਦੱਸਦਾ ਪਿਆ ਤੇ ਫਿਰ ਮੈਂ ਅਸਤੀਫਾ ਦੇ ਦੂੰਗਾ। ਅੰਕੜੇ ਇਹ ਆ, ਉਹ ਕਹਿੰਦੇ ਕਿ ਹੁਣ ਤੱਕ 1815 ਕਰੋੜ ਰੁਪਈਏ ਦਾ ਅਸੀਂ ਕਰਜ਼ਾ ਮਾਫ ਕੀਤਾ ਤੇ 3 ਲੱਖ ਕਿਸਾਨਾਂ ਨੂੰ ਇਹਦਾ ਲਾਭ ਹੋਇਆ ਵਾ। ਇਹ ਮੇਰੇ ਅੰਕੜੇ ਆ, ਫਿਗਰ ਆ। ਜੇ ਝੂਠੇ ਕਰ ਦੇਣ ਤੇ ਮੈਂ ਅਸਤੀਫਾ ਦੇ ਦੂੰਗਾ। ਤੇ ਮੈਂ ਇਹ ਅੰਕੜੇ ਪ੍ਰਧਾਨ ਮੰਤਰੀ ਨੂੰ ਵਿਖਾਉਣ ਲਈ ਉਹਨਾਂ ਤੋਂ ਸਮਾਂ ਮੰਗ ਲਿਆ। ਤੇ ਜੇ ਪ੍ਰਧਾਨ ਮੰਤਰੀ ਝੂਠ ਬੋਲ ਰਹੇ ਆ ਤੇ ਫਿਰ ਉਹਨਾਂ ਦੇ ਜੁਮਲੇ ਉਹਨਾਂ ਦੇ ਨਾਲ ਹੀ ਆ। ਸੋ ਇਹ ਹੁਣ ਵੰਗਾਰ ਆ, ਪਰ ਪ੍ਰਧਾਨ ਮੰਤਰੀ ਇਹਨਾਂ ਚੀਜ਼ਾਂ ਤੋਂ ਬਸ ਕੋਰਾ ਹੀ ਆ। ਉਹਨੂੰ ਨਹੀਂ ਇਹਨਾਂ ਚੀਜ਼ਾਂ ਦੇ ਨਾਲ ਕਿ ਬਾਅਦ ਦੇ ਵਿੱਚ ਕੀ ਫੈਕਟ ਨਿਕਲਦੇ ਆ, ਕੀ ਫਿਗਰ ਨਿਕਲਦੇ ਆ, ਕੀ ਸੱਚ ਨਿਕਲਦੇ ਆ, ਕੀ ਤੱਥ ਨਿਕਲਦੇ ਆ। ਉਹ ਤੇ ਬਸ ਬੱਤਰ ਦਾ ਵਾਹੁਣ ਉਹਨੇ ਕਰਨਾ ਹੁੰਦਾ। ਜਿੱਥੇ ਬੱਤਰ ਮਿਲ ਗਿਆ ਉਹਨੇ ਵਾਹ ਕੇ ਗਾਂਹ ਹੋ ਜਾਣਾ। ਉਹਨੇ ਆਪਣੀ ਕਹੀ ਗੱਲ ਨੂੰ ਵੀ ਕਰੈਕਟ ਨਹੀਂ ਕਰਨਾ, ਔਰ ਨਾ ਹੀ ਭੌਂਕੇ ਵੇਖਣਾ ਕਿ ਪਿੱਛੇ ਸੱਚ ਦੀ ਗਰਦ ਉੱਠਦੀ ਪਈ ਆ ਜਾਂ ਝੂਠ ਜਿਹੜਾ ਆ ਉਹ ਵਾਵਰੋਲਾ ਬਣ ਕੇ ਉੱਥੇ ਨੁਕਸਾਨ ਕਰਦਾ ਪਿਆ। ਤੇ ਪ੍ਰਧਾਨ ਮੰਤਰੀ ਆਪਣਾ ਕੰਮ ਕਰ ਗਿਆ। ਇਹ ਹੁਣ ਪਿੱਟੀ ਜਾਣ, ਜੋ ਮਰਜ਼ੀ ਕਰੀ ਜਾਣ। ਉਹਨੇ ਪੰਜਾਬ ਦੇ ਵਿੱਚ ਆਉਣਾ ਮੇਰੇ ਖਿਆਲ ਦੇ ਨਾਲ 2 ਜਨਵਰੀ ਨੂੰ। ਇਹ ਕਹਿੰਦੇ ਧੰਨਵਾਦ ਵਾਲੀ ਰਹਿੰਦੀ ਆ, ਅਸਲ ਦੇ ਵਿੱਚ ਉਦਣ ਪੂਰੀ ਵਿਚਾਰ ਹੋਊਗੀ। ਜੀ ਜੀ ਬਿਲਕੁਲ। ਤੇ ਬਾਕੀ ਅਫਸੋਸ ਤਾਂ ਇਸ ਗੱਲ ਦਾ ਹੁੰਦਾ ਮਿੰਟੂ ਜੀ ਵੀ ਬਾਅਦ 'ਚ ਉਹਨਾਂ ਦੇ ਜਿਹੜੇ ਭਗਤ ਹੁੰਦੇ ਆ ਉਹਨਾਂ ਦੀ ਉਸ ਝੂਠ ਨੂੰ ਵੀ ਸੱਚੀਆਂ ਸਾਬਤ ਕਰਨ ਦੇ ਲਈ ਆਪਣੇ ਪਰਿਵਾਰਾਂ ਨਾਲ ਜਿਹੜੇ ਉਹ ਲੜ ਰਹੇ ਹੁੰਦੇ ਆ। ਬਹੁਤ ਇਹ ਤੇ ਸਭ ਤੋਂ ਖਤਰਨਾਕ ਨਮੂਨੇ ਆ ਹਿੰਦੁਸਤਾਨ ਦੇ, ਜਿਹਨਾਂ ਨੂੰ ਕੋਈ ਭਗਤ ਕਹਿੰਦੇ ਹੋ ਨਾ। ਇਹ ਤੇ ਜਿਹੜੇ ਦੁਸ਼ਮਣ ਦੇਸ਼ ਹੈ ਨਾ ਉਹਨਾਂ ਨਾਲ ਵੀ ਭੈੜੇ ਜੰਮੇ ਆ। ਜੀ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਖਬਰ ਤੇ ਨਜ਼ਰ ਮਾਰਦੇ ਆ, ਮਨਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਨੂੰ ਕਵਿਤਾ ਗਾਇਨ ਕਰਨ ਤੋਂ ਰੋਕਣ ਦਾ ਮਾਮਲਾ ਕਾਫੀ ਭਖ ਗਿਆ। ਦੇਖੋ ਮਸਲਾ ਕੀ ਸੀਗਾ ਕਿ ਇੱਕ ਇਹਨਾਂ ਨੇ ਸੰਸਥਾ ਬਣਾਈ ਹੋਈ ਆ, ਮੇਰੇ ਖਿਆਲ ਦੇ ਨਾਲ ਉਹਨੂੰ ਕਹਿੰਦੇ ਆ ਸਫਰੇ ਸ਼ਹਾਦਤ ਜੀ। ਇਹ ਵੱਖ-ਵੱਖ ਪੜਾਅ ਜਿੱਦਾਂ ਸਾਹਿਬਜ਼ਾਦੇ ਆਏ ਹਨਾ, ਜਿਸ ਰਸਤੇ ਤੋਂ ਆਏ ਤੁਸੀਂ ਬਿਹਤਰ ਸਮਝਦੇ ਤਾਂ ਉਹਨਾਂ ਪੜਾਵਾਂ ਤੇ ਇਹ ਇੱਕ ਸਮਾਗਮ ਕਰਦੇ ਆ ਔਰ ਅੱਗੇ ਤੁਰੇ ਆਉਂਦੇ ਆ। ਜਿੱਦਾਂ ਰੋਪੜ ਜ਼ਿਲ੍ਹੇ 'ਚ ਇੱਕ ਗੁਰਦੁਆਰਾ ਪੈਂਦਾ ਅਟਕ ਸਾਹਿਬ, ਉੱਥੋਂ ਸ਼ੁਰੂ ਹੋਇਆ ਸੀਗਾ। ਫਿਰ ਅੱਗੇ ਆ ਜਾਂਦਾ ਗੁਰਦੁਆਰਾ ਸ਼ਹਿਨ ਸਾਹਿਬ, ਤੀਸਰਾ ਪੜਾਅ ਹੁੰਦਾ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ। ਕਿੱਦਾਂ ਇੱਕ ਥਾਂ ਤੇ ਆ ਕੇ ਮਨਿੰਦਰ ਸਿੰਘ ਹੋਰਾਂ ਨੇ ਇੱਕ ਕਵਿਤਾ ਪੜ੍ਹੀ ਜਾਂ ਗੀਤ ਕਹਿ ਲਈਏ ਤਾਂ ਉਹ ਅੱਜ ਦੇ ਦੌਰ ਦੇ ਵਿੱਚ ਜੋ ਸਿੱਖ ਕੌਮ ਅੰਦਰੂਨੀ ਸੰਕਟ ਫੇਸ ਕਰ ਰਹੀ ਆ ਜਾਂ ਬਾਹਰੀ ਹਮਲੇ ਫੇਸ ਕਰ ਰਹੀ ਆ, ਇਹਨਾਂ ਚੀਜ਼ਾਂ ਨੂੰ ਲੈ ਕੇ ਸੀਗਾ। ਇਹ ਬੜਾ ਉਹ ਬਹੁਤ ਵਧੀਆ ਗਾਇਨ ਕੀਤਾ ਗਿਆ ਔਰ ਕਲਮ ਬੜੀ ਜ਼ਬਰਦਸਤ ਉਸ ਕਵਿਤਾ ਤੇ ਉਸ ਵੰਨਗੀ ਤੇ ਵਾਹੀ ਗਈ ਆ। ਉਹ ਕੁਛ ਏਦਾਂ ਸੀਗਾ, ਸੁਣ ਕਲਗੀ ਵਾਲੇ ਦਾ ਤੇ ਮੈਂ ਹੱਥ ਬੰਨਾ ਅਰਜ਼ੂ ਗੁਜ਼ਾਰੀ, ਕੋਈ ਆਪਣੇ ਵਰਗਾ ਭੇਜ ਦੇ ਤੇਰੀ ਕੌਮ ਖਿਲਰ ਗਈ। ਉਹਦੇ ਵਿੱਚ ਕਈ ਥਾਵਾਂ ਤੇ ਉਹ ਪੰਕਤੀਆਂ ਇਸ ਤਰ੍ਹਾਂ ਦੀਆਂ ਇਸਤੇਮਾਲ ਕਰਦੇ ਆ ਜਿਨ੍ਹਾਂ ਤੇ ਸਾਫ਼ ਤੌਰ ਤੇ ਇਹ ਆਪਾਂ ਮੰਨ ਸਕਦੇ ਹਾਂ ਕਿ ਉਹ ਅੱਜ ਦੇ ਦੌਰ ਨੂੰ ਰੂਪਮਾਨ ਕਰਦੀਆਂ। ਜਿੱਦਾਂ ਸੰਤ ਨੇ ਸੰਤ ਨੂੰ ਗੋਲੀ ਮਾਰੀ ਜਾਂ ਜਥੇਦਾਰ ਸਰਕਾਰੀ, ਏਦਾਂ ਪੰਕਤੀਆਂ ਜਿਹੜੀਆਂ ਨਾ ਉਹ ਅੱਜ ਦੀਆਂ ਚੀਜ਼ਾਂ ਜਿਹੜੀਆਂ ਵਾਪਰਦੀਆਂ ਪਈਆਂ ਉਹਨਾਂ ਨੂੰ ਰੂਪਮਾਨ ਕਰਦੀਆਂ ਸ਼ਬਦਾਂ ਨਾਲ। ਹੁਣ ਹੋਇਆ ਕਿ ਫਿਰ ਜਿਹੜਾ ਅਗਲਾ ਸਮਾਗਮ ਸੀ ਜਿੱਥੇ ਇਹਨਾਂ ਨੇ ਕਵਿਤਾ ਗਾ ਲਈ ਤੇ ਠੀਕ ਆ, ਪਰ ਜਿਹੜਾ ਅਗਲਾ ਸਮਾਗਮ ਸੀਗਾ ਉਹਦੇ ਵਿੱਚ ਉਹਨਾਂ ਨੇ ਆਖ ਦਿੱਤਾ ਕਿ ਇਹ ਮੇਰਾ ਆਖਰੀ ਵਾਰ ਹੈ ਤੁਹਾਡੇ ਰੂਬਰੂ ਹੋਣਾ, ਇਸ ਤੋਂ ਬਾਅਦ ਮੈਂ ਸ਼ਾਇਦ ਗਾਇਨ ਨਾ ਕਰ ਸਕਾਂ ਤੁਹਾਡੇ ਸਾਹਮਣੇ, ਕਿਉਂਕਿ ਉੱਤੋਂ ਹੁਕਮ ਆ ਗਿਆ। ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ। ਉੱਤੋਂ ਹੁਕਮ ਆਉਣ ਦਾ ਮਤਲਬ ਇਹ ਆ, ਉਹ ਕਹਿੰਦੇ ਕਿ ਮੈਨੂੰ ਹੁਕਮ ਇਹ ਚਾੜੇ ਗਏ ਆ ਕਿ ਭਾਈ ਤੂੰ ਗੀਤ ਕਵਿਤਾ ਇਹ ਨਹੀਂ ਕੁਛ ਗਾਉਣਾ, ਸੰਗਤ ਦੇ ਸਾਹਮਣੇ ਕੀਰਤਨ ਕਰ ਤੇ ਚੁੱਪ ਕਰਕੇ ਭਾਈ ਪਾਸੇ ਹੋ, ਕਿਉਂਕਿ ਸਾਰਾ ਪ੍ਰਬੰਧ ਹੈ ਤੁਹਾਨੂੰ ਪਤਾ ਹੀ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਤਾਂ ਜਦੋਂ ਇਹਨਾਂ ਨੇ ਕਵਿਤਾ ਗਾਈ ਉੱਥੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਜੀ ਵੀ ਬੈਠੇ ਹੋਏ ਸੀਗੇ, ਜਿੰਨੀ ਕੁ ਮੈਨੂੰ ਜਾਣਕਾਰੀ ਆ। ਦੱਸਦੇ ਕਿ ਉਹਨਾਂ ਨੇ ਵੀ ਇੱਕ ਚੀਜ਼ ਉੱਥੇ ਕਹੀ ਆ, ਉਹਨਾਂ ਦੀ ਗੱਲ ਕਹੀ ਤੇ ਥੋੜਾ ਜਿਹਾ ਅਸਰ ਘੱਟ ਹੋਇਆ ਕਿਉਂਕਿ ਸਾਰੀ ਜਿਹੜੀ ਚਰਚਾ ਸੀਗੀ ਉਹ ਇੱਧਰ ਨੂੰ ਡਾਈਵਰਟ ਹੋ ਗਈ। ਉਹਨਾਂ ਨੇ ਵੀ ਕਿਹਾ, ਕਹਿੰਦੇ ਕਿ ਕੌਮ ਨੂੰ ਹੁਣ ਨਾਦਰਾਂ ਤੇ ਅਬਦਾਲੀਆਂ ਨੇ ਨਹੀਂ, ਫੂਲਾ ਸਿੰਘ ਵਰਗਿਆਂ ਦੀ ਅਣਹੋਂਦ ਨੇ ਮਾਰਿਆ। ਦੱਸੋ ਇਹਨਾਂ ਦਾ ਹੈਡ ਗ੍ਰੰਥੀ ਵੀ ਤੇ ਇਹੋ ਹੀ ਗੱਲ ਕਹਿ ਰਿਹਾ ਨਾ, ਕੋਈ ਸਿੱਧੇ ਰੂਪ ਚ ਕਹਿ ਰਿਹਾ, ਕੋਈ ਠਾਹ ਸੋਟਾ ਮਾਰ ਰਿਹਾ, ਕੋਈ ਸਿੱਧੇ ਰੂਪ ਦੇ ਵਿੱਚ। ਤੇ ਇਹ ਗੱਲਾਂ ਜਿਹੜਾ ਉਹ ਤੇ 10-10 ਸਾਲ ਦਾ 12-12 ਸਾਲ ਦਾ ਬਾਲ ਵੀ ਤੁਹਾਨੂੰ ਦੱਸ ਦਿਓ ਪੰਜਾਬ ਦੇ ਕਿ ਕਿਸ ਤਰ੍ਹਾਂ ਕੰਮ ਕਰਦੇ ਜਥੇਦਾਰ, ਕਿਸ ਤਰ੍ਹਾਂ ਸਾਰਾ ਢਾਂਚਾ ਜਿਹੜਾ ਵਿਗਾੜਿਆ। ਤਾਂ ਮੇਰੇ ਖਿਆਲ ਦੇ ਨਾਲ ਇਹ ਸਪਰਿੰਗ ਆ, ਜਿੰਨਾ ਦਬਾਉਣਗੇ ਉਹਨਾਂ ਉਹ ਤਾਨ ਆਊਗਾ। ਸਾਫ਼ ਤੌਰ ਤੇ
ਤੁਸੀਂ ਇਸ ਤਰ੍ਹਾਂ ਕਿਸੇ ਨੂੰ ਤੁਸੀਂ ਉੱਥੇ ਸ਼ਬਦ ਗਾਇਨ ਤੋਂ ਰੋਕ ਦਿੱਤਾ ਦਰਬਾਰ ਸਾਹਿਬ ਦੇ ਵਿੱਚ, ਫਿਰ ਕਿਸੇ ਨੂੰ ਵਿਰੋਧ ਕਰਨ ਤੇ ਦੇਖੋ ਹੋਇਆ ਕਿ ਜਦੋਂ ਬਲਦੇਵ ਸਿੰਘ ਨੇ ਵਿਰੋਧ ਕੀਤਾ ਸੀਗਾ ਰਾਗੀ ਜਥੇ ਬਲਦੇਵ ਸਿੰਘ ਜੀ ਹੁੰਦੀ ਸੀਗੀ, ਤਾਂ ਉਹਨਾਂ ਨੇ ਜਦੋਂ ਵਿਰੋਧ ਕੀਤਾ ਸੀਗਾ ਉਹ ਇਸ ਗੱਲ ਦਾ ਵਿਰੋਧ ਸੀਗਾ ਕਿ ਜਿਹੜਾ ਇਹਨਾਂ ਨੇ ਉਹ 3 ਲੱਖ ਵਾਲਾ ਰੱਖਿਆ ਸੀਗਾ ਤੇ 4 ਲੱਖ ਵਾਲਾ ਰੱਖਿਆ ਸੀਗਾ ਫੈਕਟਰੀ, ਉਹ ਤਨਖਾਹ ਦਾ ਵਿਰੋਧ ਸੀਗਾ ਕਿ ਇੰਨੀ ਤਨਖਾਹ ਗੁਰੂ ਕੀ ਗੋਲਕ ਚ ਕਰ। ਬਾਅਦ ਦੇ ਵਿੱਚ ਉਹੀ ਬੰਦਾ ਹਟਾਇਆ ਗਿਆ ਔਰ ਉਹਨੂੰ ਹਾਈ ਕੋਰਟ ਤੱਕ ਚੈਲੰਜ ਵੀ ਹੋਇਆ। ਉਹ ਬੰਦਾ ਵਿਰੋਧ ਸੱਚਾ ਕਰਦਾ ਸੀ ਕਿ ਉਹਨੂੰ ਕਰ ਦਿੱਤਾ ਗਿਆ, ਫਿਰ ਉਹਨੇ ਚਲੋ ਆਪਣਾ ਇੱਕ ਸੰਘਰਸ਼ ਆਰੰਭ ਦਿੱਤਾ। ਇਸ ਤਰ੍ਹਾਂ ਹੀ ਇੱਕ ਬੰਦੇ ਨੇ ਜਦੋਂ ਸਰੋਪਾ ਨਹੀਂ ਦਿੱਤਾ, ਇੱਕ ਕਮੇਟੀ ਕਰਮਚਾਰੀ ਦੇ ਮੁਲਾਜ਼ਮ ਨੇ, ਤਾਂ ਉਹਨੂੰ ਕੱਢ ਦਿੱਤਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੁਸੀਂ ਵਿਰੋਧ ਨੂੰ ਏਦਾਂ ਖਤਮ ਨਹੀਂ ਕਰ ਸਕਦੇ। ਇਹ ਸਾਰੀਆਂ ਚੀਜ਼ਾਂ ਵਿਰੋਧ ਤਾਂ ਆਪਣੀ ਥਾਂ ਤੇ ਰਹੂਗਾ। ਇੱਕ ਬੰਦੇ ਨੂੰ ਤੁਸੀਂ ਲਾਂਭੇ ਕਰ ਦਿਓਗੇ ਦੂਸਰਾ ਬੰਦਾ ਉੱਠ ਪਊਗਾ, ਦੂਸਰੇ ਨੂੰ ਲਾਂਭੇ ਕਰ ਦਿਓਗੇ ਤੀਸਰਾ ਉੱਠ ਪਊਗਾ, ਕਿਉਂਕਿ ਸੱਚ ਨੇ ਮਰਨਾ ਨਹੀਂ ਹੈ। ਸੱਚ ਪ੍ਰਤਾੜਿਤ ਹੋ ਸਕਦਾ, ਸੱਚ ਪਰਾਜਿਤ ਨਹੀਂ ਹੋ ਸਕਦਾ। ਇਹ ਗੱਲ ਸਮਝਣੀ ਚਾਹੀਦੀ ਇਹਨਾਂ ਨੂੰ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਠੀਕ ਕੀਤੀਆਂ ਜਾਣ ਤਾਂ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਵਾਪਰਨ ਨਾ। ਜੀ 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 ਬਿਲਕੁਲ। ਤੇ ਬਹੁਤ ਬਹੁਤ ਮਿੰਟੋ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.